ਵੈਲਕਮ ਬੈਕ ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਮੈਂ ਸਾਰੇ ਬੱਚਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਆਉਣ ਦਾ ਧੰਨਵਾਦ ਕਰਦਾ ਹਾਂ। ਜਿਹੜਾ ਅੱਜ ਦਾ ਸੈਸ਼ਨ ਆ ਉਹ ਸਾਡਾ ਪ੍ਰੀਵੀਅਸ ਸੈਸ਼ਨ ਦੇ ਨਾਲ ਹੀ ਰਿਲੇਟ ਕਰਦਾ ਵਾ। ਭਾਰਤ ਇੱਕ ਜਾਣ ਪਛਾਣ ਸਮਾਜਿਕ ਸਿੱਖਿਆ ਦਾ ਭਾਗ ਆ, ਕਲਾਸ 10ਵੀਂ ਦਾ ਪੰਜਾਬੀ ਮੀਡੀਅਮ ਦਾ ਹੈ, ਜਿਹਦੇ ਵਿੱਚ ਅੱਜ ਅਸੀਂ ਰਿਵੀਜ਼ਨ ਟੈਸਟ ਇੱਕ ਕੰਡਕਟ ਕਰਨ ਜਾ ਰਹੇ ਹਾਂ। ਜਿਹਦੇ ਵਿੱਚ ਪਹਿਲੇ ਚੈਪਟਰ ਜਿਹੜਾ ਮੈਂ ਤੁਹਾਨੂੰ ਵੈਰੀ ਸ਼ਾਰਟ ਕੁਐਸਚਨ ਆਨਸਰ ਰਿਵੀਜ਼ਨ ਨੋਟਸ ਪ੍ਰੋਵਾਈਡ ਕਰਵਾਏ ਸੀ, ਉਹਦੇ ਵਿੱਚੋਂ ਹੀ ਇਹ ਜਿਹੜੇ ਟਰੂ ਫਾਲਸ ਫਿਲਿੰਗ ਦੀਆਂ ਬਲੈਂਕਸ ਤੇ MCQ ਆਉਣਗੇ ਤੇ ਮੈਥਸ ਦੀ ਕਾਲਮ। ਤੇ ਤੁਸੀਂ ਟਰਾਈ ਕਰਨੇ ਆ ਉਹਨੂੰ ਕਰਨ ਦੀ, ਤੇ ਉਹਦੇ ਆਨਸਰ ਜਿਹੜੇ ਨੇ ਉਹ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਤਾਂ ਜੋ ਕੀ ਆ ਵੀ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਬੱਚੇ ਕਿੰਨਾ ਕੰਮ ਕਰ ਰਹੇ ਨੇ ਤੇ ਤੁਸੀਂ ਵੀ ਵਧੀਆ ਢੰਗ ਦੇ ਨਾਲ ਉਹਦਾ ਆਨਸਰ ਦੇਣ ਦੀ ਕੋਸ਼ਿਸ਼ ਕਰਨੀ। ਸਟਾਰਟ ਕਰਦੇ ਹਾਂ। ਦੇਖੋ, ਪਹਿਲਾ ਹੈ ਖਾਲੀ ਥਾਵਾਂ। ਪਹਿਲੀ ਖਾਲੀ ਥਾਵਾਂ ਹੈ, ਦੇਖੋ, ਬੱਸੋਂ ਦੇ ਹਿਸਾਬ ਤੇ ਸੰਸਾਰ ਦੇ ਵਿੱਚ ਚੀਨ ਨੂੰ ਸਥਾਨ ਡੈਸ਼ ਪ੍ਰਾਪਤ ਹੈ। ਵੀ ਸਾਨੂੰ ਪਤਾ ਵਾ ਵੀ ਪਾਪੂਲੇਸ਼ਨ ਦੇ ਅਕੋਰਡਿੰਗ ਚੀਨ ਦਾ ਕਿਹੜਾ ਸਥਾਨ ਬਣਦਾ ਵਾ ਵਰਲਡ ਦੇ ਵਿੱਚ, ਇਹ ਤੁਸੀਂ ਦੱਸਣਾ ਵਾ। ਉਸ ਤੋਂ ਬਾਅਦ ਹੈ ਭਾਰਤ ਨੂੰ ਡੈਸ਼ ਰੇਖਾ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ। ਭਾਰਤ ਨੂੰ ਕਿਹੜੀ ਰੇਖਾ ਇਹੋ ਜਿਹੀ ਆ ਜਿਹੜੀ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੀ ਆ, ਉਹ ਤੁਸੀਂ ਦੱਸਣੀ ਆ। ਉਹ ਮੱਧ ਪ੍ਰਦੇਸ਼ ਦੇ ਵਿੱਚੋਂ ਨਿਕਲਦੀ ਹੈ, ਜੋ ਤੁਹਾਨੂੰ ਯਾਦ ਹੋਵੇ, ਤੇ ਗੁਜਰਾਤ ਦੇ ਵਿੱਚੋਂ ਹੋ ਕੇ ਉਹ ਸਿੱਧੀ ਲੰਘ ਜਾਂਦੀ ਹੈ, ਤਾਂ ਉਹ ਦੱਸਣੀ ਆ ਉਹ ਕਿਹੜੀ ਆ। ਉਸ ਤੋਂ ਬਾਅਦ ਹੈ ਖੇਤਰਫਲ ਦੇ ਪੱਖੋਂ ਡੈਸ਼ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ। ਹੁਣ ਤੁਸੀਂ ਦੱਸਣਾ ਵੀ ਖੇਤਰਫਲ ਦੇ ਅਕੋਰਡਿੰਗ, ਠੀਕ ਹੈ ਜੀ, ਉਹ ਕਿਹੜਾ ਸਭ ਤੋਂ ਵੱਡਾ ਦੇਸ਼ ਆ ਪੂਰੇ ਵਰਲਡ ਦੇ ਵਿੱਚ। ਭਾਰਤ ਦੇ ਡੈਸ਼ ਪਰਬਤ ਸੰਸਾਰ ਦੇ ਵਿੱਚ ਪ੍ਰਾਚੀਨਤਮਿਕ ਪਰਬਤ ਹਨ। ਹੁਣ ਕਿਹੜਾ ਪਰਬਤ ਇਹੋ ਜਿਹਾ ਵਾ ਜਿਹੜਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਏਂਸ਼ੀਅੰਟ ਯਾਨੀ ਕਿ ਪੁਰਾਣੇ ਸਮੇਂ ਦਾ ਪਰਬਤ ਆ, ਉਹ ਭਾਰਤ ਦੇ ਵਿੱਚ ਆ, ਉਹ ਤੁਸੀਂ ਦੱਸਣਾ ਵਾ। ਭਾਰਤੀ ਸੰਵਿਧਾਨ ਦੇ ਵਿੱਚ ਡੈਸ਼ ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਇਹ ਤਾਂ ਬੜਾ ਈਜ਼ੀ ਕੁਐਸਚਨ ਆ ਵੀ ਭਾਰਤ ਦੇ ਵਿੱਚ ਕਿਹੜੀ ਅਜਿਹੀ ਲੈਂਗੁਏਜ ਦਾ ਜਿਹਨੂੰ ਕੀ ਆ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਵਾ। ਜੇਕਰ ਬੱਚਿਆਂ ਨੂੰ ਪੰਜਾਬੀ ਲਿਖਣ ਦੇ ਵਿੱਚ ਪ੍ਰੋਬਲਮ ਆਊਗੀ ਕਮੈਂਟ ਬਾਕਸ ਦੇ ਵਿੱਚ, ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਵੀ ਲਿਖ ਸਕਦੇ ਹੋ, ਕੋਈ ਇਸ਼ੂ ਵਾਲੀ ਗੱਲ ਨਹੀਂ। ਉਸ ਤੋਂ ਬਾਅਦ ਹੈ ਡੈਸ਼ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ। ਇਹ ਵੀ ਦੱਸਣਾ ਕਿਹੜਾ ਏਰੀਆ ਸੀਗਾ ਜਿੱਥੇ ਜ਼ਿਆਦਾ ਵਰਖਾ ਹੁੰਦੀ ਆ। ਡੈਸ਼ ਉੱਤਰਾਖੰਡ ਦੀ ਰਾਜਧਾਨੀ ਹੈ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉੱਤਰਾਖੰਡ ਦੀ ਰਾਜਧਾਨੀ ਕਿਹੜੀ ਹੈ, ਕਿਉਂਕਿ ਉੱਤਰਾਖੰਡ ਤੁਹਾਨੂੰ ਦੱਸ ਦੇਣਾ ਯੂਪੀ ਤੋਂ ਅਲੱਗ ਹੋਇਆ ਸੀ ਤੇ ਉਸ ਸਮੇਂ ਇੱਕ ਸਟੇਟ ਬਣਿਆ ਸੀਗਾ 2005 ਦੇ ਵਿੱਚ, ਤਾਂ ਇਹਦੀ ਇੱਕ ਨਵੀਂ ਕੈਪੀਟਲ ਬਣੀ ਸੀ, ਉਹ ਤੁਸੀਂ ਦੱਸਣੀ ਹੈ ਕਿਹੜੀ ਆ। ਉਸ ਤੋਂ ਬਾਅਦ ਹੈ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਡੈਸ਼ ਰਾਜਾਵਾਂ ਦੀਆਂ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ। ਹੁਣ ਦੇਖੋ, 3 4 ਦੱਸਤੀਆਂ, ਉਸ ਤੋਂ ਬਾਅਦ ਇੱਕ ਰਹਿ ਗਿਆ ਵਾ ਜਿਹੜਾ ਕਿ ਪਾਕਿਸਤਾਨ ਦੇ ਨਾਲ ਲੱਗਦੀ ਹੈ। ਤੁਸੀਂ ਸੋਚ ਕੇ ਫਿਰ ਆਨਸਰ ਕਰਨਾ। ਡੈਸ਼ ਦੀ ਛੱਤੀਸਗੜ੍ਹ ਦੀ ਰਾਜਧਾਨੀ ਹੈ। ਛੱਤੀਸਗੜ੍ਹ ਦੀ ਰਾਜਧਾਨੀ ਦੱਸਣਾ। ਡੈਸ਼ ਨੂੰ ਪੰਜਾਬ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ। ਹੁਣ ਇਹ ਤੁਸੀਂ ਦੱਸਣਾ ਵਾ ਵੀ ਪੰਜਾਬ ਤੇ ਹਰਿਆਣਾ ਦੀ ਕਿਹੜੀ ਇੱਕ ਸਿਮਿਲਰ ਜੀ ਕੀ ਆ ਰਾਜਧਾਨੀ ਹੈਗੀ ਆ। ਉਸ ਤੋਂ ਬਾਅਦ ਹੈ ਸਾਡੇ MCQ। ਇਹਦੇ ਵਿੱਚ ਤੁਸੀਂ ਸਿਰਫ ABC ਆਨਸਰ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਫਸਟ ਸੈਕਿੰਡ ਥਰਡ ਇਹੋ ਜਿਹਾ ਕੁਝ ਲਿਖਣ ਦੀ। ਬੱਸੋਂ ਦੇ ਪੱਖੋਂ ਭਾਰਤ ਦਾ ਸੰਸਾਰ ਦੇ ਵਿੱਚ ਕਿਹੜਾ ਸਥਾਨ ਹੈ? ਪਾਪੂਲੇਸ਼ਨ ਦੇ ਅਕੋਰਡਿੰਗ ਕਿਹੜੀ ਪੋਜੀਸ਼ਨ 'ਤੇ ਆਉਂਦਾ? ਫਸਟ ਸੈਕਿੰਡ ਥਰਡ ਫੋਰਥ, ਇਹ ਤੁਸੀਂ ਦੱਸਣਾ ਵਾ। ਖੇਤਰਫਲ ਦੇ ਪੱਖੋਂ ਸੰਸਾਰ ਦੇ ਵਿੱਚ ਭਾਰਤ ਕਿਹੜੇ ਸਥਾਨ 'ਤੇ ਆਉਂਦਾ? ਇਹ ਵੀ ਦੱਸਣਾ ਵਾ ਵੀ ਅਕੋਰਡਿੰਗ ਟੂ ਏਰੀਆ ਵੀ ਜਿਹੜਾ ਇੰਡੀਆ ਵਾ ਉਹ ਕਿਹੜੀ ਪਲੇਸ 'ਤੇ ਆਉਂਦਾ ਵਾ, ਤਾਂ ਉਹ ਤੁਸੀਂ ਦੱਸਣਾ ਵਾ ਫਸਟ 9th 5th ਜਾਂ 7th। ਉਸ ਤੋਂ ਬਾਅਦ ਹੈ ਭਾਰਤ ਦੇ ਕਿਸ ਰਾਜ ਦੇ ਵਿੱਚ ਔਰਤਾਂ ਦੀ ਸਾਖਰਤਾ ਸਭ ਤੋਂ ਜ਼ਿਆਦਾ ਹੈ? ਇਹ ਮੈਂ ਤੁਹਾਨੂੰ ਇੱਕ ਹਿੰਟ ਦੇ ਦਿੰਦਾ ਵੀ ਜਿੱਥੇ ਸਭ ਤੋਂ ਜ਼ਿਆਦਾ ਲੋਕ ਪੜ੍ਹੇ ਲਿਖੇ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਕੁੜੀਆਂ ਦੀ ਜਨਸੰਖਿਆ ਵਾ ਮੁੰਡਿਆਂ ਨਾਲੋਂ। ਇਹ ਤੁਸੀਂ ਦੱਸਣਾ ਵਾ ਕਿਹੜਾ ਵਾ। ਕੇਰਲਾ ਵਾ, ਬਿਹਾਰ ਆ, ਦਿੱਲੀ ਆ ਜਾਂ ਪੰਜਾਬ ਆ। ਉਸ ਤੋਂ ਬਾਅਦ ਹੈ ਭਾਰਤ ਦੇ ਉੱਤਰੀ ਸਿਰੇ ਤੋਂ ਲੈ ਕੇ ਦੱਖਣੀ ਸਿਰੇ, ਜਾਣੀ ਕਿ ਉੱਤਰ ਦੇ ਵਿੱਚ ਕਸ਼ਮੀਰ ਤੇ ਦੱਖਣ ਦੇ ਵਿੱਚ ਕੰਨਿਆ ਕੁਮਾਰੀ ਤੋਂ ਲੈ ਕੇ ਕਿੰਨੀ ਲੰਬਾਈ ਹੈ? ਇਹਦੇ ਬਾਰੇ ਇੱਕ ਸ਼ਾਰਟ ਕੁਐਸਚਨ ਆਇਆ ਸੀ, ਵੈਰੀ ਸ਼ਾਰਟ ਕੁਐਸਚਨ, ਆਈ ਹੋਪ ਤੁਹਾਨੂੰ ਯਾਦ ਹੋਊਗਾ। 3041 ਕਿਲੋਮੀਟਰ, 3400 ਕਿਲੋਮੀਟਰ ਜਾਂ 3214 ਕਿਲੋਮੀਟਰ ਜਾਂ 3450 ਕਿਲੋਮੀਟਰ, ਇਹਦਾ ਆਨਸਰ ਤੁਸੀਂ ਕਰਨਾ ਵਾ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਲੋਕਤੰਤਰ ਗਣਰਾਜ ਦੀ ਸਥਾਪਨਾ ਕਦੋਂ ਹੋਈ ਸੀ? ਇਹ ਤੁਸੀਂ ਦੱਸਣਾ ਵਾ ਵੀ ਭਾਰਤ ਦੇ ਵਿੱਚ ਕਦੋਂ ਗਣਤੰਤਰਤਾ ਦਿਵਸ ਜਾਂ ਰਿਪਬਲਿਕ ਡੇ ਮਨਾਇਆ ਜਾਂਦਾ ਵਾ। 26 ਜਨਵਰੀ 1947, 26 ਜਨਵਰੀ 1950, 15 ਅਗਸਤ 1947 ਜਾਂ ਫਿਰ 30 ਜਨਵਰੀ 1950। ਹੁਣ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜਾ ਰਿਪਬਲਿਕ ਡੇ ਹੁਣ ਆਉਣ ਵਾਲਾ ਵਾ ਸਾਡੇ 26 ਜਨਵਰੀ ਨੂੰ ਮਨਾਇਆ ਜਾਂਦਾ। ਮੈਂ ਤੁਹਾਨੂੰ ਡੇਟ ਦੱਸਤੀ, ਤਾਂ ਤੁਸੀਂ ਹੁਣ ਇਹ ਦੇਖਣਾ ਵਾ ਵੀ ਕਿਹੜੇ ਈਅਰ ਦੇ ਵਿੱਚ ਸੀ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਹੈ ਭਾਰਤ ਦੀ ਆਕਿਰਤੀ ਕਿਹੋ ਜਿਹੀ ਹੈ, ਜਾਣੀ ਕਿ ਭਾਰਤ ਦੀ ਸ਼ੇਪ ਕਿੱਦਾਂ ਦੀ ਆ? ਉਹ ਚਤੁਰਭੁਜ ਹੈ, ਠੀਕ ਹੈ ਜੀ, ਜਾਂ ਫਿਰ ਆਇਤਾਕਾਰ ਹੈ ਜਾਂ ਰੈਕਟੈਂਗਲ ਟਾਈਪ ਹੈ, ਅੰਡਾਕਾਰ ਹੈ, ਆਇਲ ਸ਼ੇਪ ਆ, ਜਾਂ ਫਿਰ ਤ੍ਰਿਭੁਜ ਆਕਾਰ ਹੈ, ਟਰਾਇੰਗਲ ਸ਼ੇਪ ਹੈ। ਇਹ ਤੁਸੀਂ ਦੱਸਣਾ ਵਾ। ਭਾਰਤ ਦੇ ਵਿੱਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ। ਕਿੰਨੀਆਂ ਭਾਸ਼ਾਵਾਂ ਨੇ? ਇਹ ਤੁਸੀਂ ਦੱਸਣੀਆਂ ਨੇ ਵੀ ਜਿਨ੍ਹਾਂ ਨੂੰ ਅਪਰੂਵਲ ਦਿੱਤੀ ਗਈ ਆ ਗੌਰਮੈਂਟ ਦੁਆਰਾ ਰਾਸ਼ਟਰੀ ਭਾਸ਼ਾ ਦੇ ਅਕੋਰਡਿੰਗ। 13 18 20 22, ਇਹਦੇ ਵਿੱਚ ਤੁਸੀਂ ਆਨਸਰ ਕਰਨਾ ਵਾ। ਉਸ ਤੋਂ ਬਾਅਦ ਹੈ 2011 ਨੂੰ ਮਰਦਾ ਕਰਮਸ਼ੁਮਾਰੀ ਦੇ ਅਨੁਸਾਰ ਭਾਰਤੀ ਵਸੋਂ ਦੇ ਪ੍ਰਤੀ ਕਿਲੋਮੀਟਰ ਘਣਤਾ ਕਿੰਨੀ ਹੈ? ਵੀ ਜਿਹੜੀ 2011 ਦੇ ਵਿੱਚ ਅਸੀਂ ਇੱਕ
ਪੋਪੂਲੇਸ਼ਨ ਕਲੈਕਟ ਕੀਤੀ ਹੁਣ 2021 ਦੇ ਵਿੱਚ, ਯਾਨੀ ਕਿ ਇਸ ਈਅਰ ਦੇ ਵਿੱਚ ਜਿਹੜੀ ਆ ਪੋਪੂਲੇਸ਼ਨ ਦੁਬਾਰਾ ਰਿਪੀਟ ਕੈਲਕੂਲੇਟ ਕੀਤੀ ਜਾਏਗੀ ਅਤੇ ਉਸ ਦੇ ਵਿੱਚ ਚੈੱਕ ਕੀਤਾ ਗਿਆ ਵਾ ਵੀ ਭਾਰਤ ਦੇ ਵਿੱਚ ਕਿੰਨੀ ਘਣਤਾ ਵਾ, ਵੀ ਇੱਕ ਪ੍ਰਤੀ ਕਿਲੋਮੀਟਰ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਨੇ। 382, 324, 362, 392 ਇਹਦੇ ਵਿੱਚੋਂ ਇੱਕ ਆਨਸਰ ਕਰਨਾ ਵਾ ਤੁਸੀਂ। ਉਸ ਤੋਂ ਬਾਅਦ ਹੈ ਟਰੂ ਫਾਲਸ। ਭਾਰਤ ਏਸ਼ੀਆ ਦੇ ਮਹਾਦੀਪ ਦੇ ਉੱਤਰ ਦੇ ਵਿੱਚ ਫੈਲਿਆ ਹੋਇਆ ਇੱਕ ਵਿਸ਼ਾਲ ਦੇਸ਼ ਹੈ। ਹੁਣ ਤੁਸੀਂ ਦੱਸਣਾ ਵੀ ਭਾਰਤ ਏਸ਼ੀਆ ਦਾ ਤੁਹਾਨੂੰ ਪਤਾ ਵਾ ਵੀ ਇੱਕ ਕੀ ਆ, ਉਪ ਮਹਾਦੀਪ ਜਾਣੀ ਕਿ ਕੰਟੀਨੈਂਟਲ ਆ, ਅਤੇ ਉਹਦੇ ਵਿੱਚ ਜਿਹੜਾ ਵਾ ਭਾਰਤ ਕਿਹੜੇ ਸਥਾਨ ਦੇ ਉੱਤਰ ਦੇ ਵੱਲ ਹੈ, ਇਹ ਤੁਸੀਂ ਦੱਸਣਾ ਵੀ ਟਰੂ ਆ ਕਿ ਫਾਲਸ ਆ। ਉਸ ਤੋਂ ਬਾਅਦ ਹੈ ਕਰਕ ਰੇਖਾ ਉੱਤਰ ਅਤੇ ਦੱਖਣ ਨੂੰ 2 ਭਾਗਾਂ ਦੇ ਵਿੱਚ ਵੰਡਦੀ ਹੈ, ਇਟ ਇਜ਼ ਟਰੂ ਔਰ ਫਾਲਸ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਆਕਿਰਤੀ ਤ੍ਰਿਭੁਜਾ ਆਕਾਰ ਹੈ, ਜਾਣੀ ਕਿ ਟ੍ਰਾਇੰਗੂਲਰ ਸ਼ੇਪ ਹੈ ਇੰਡੀਆ ਦੀ। ਉਸ ਤੋਂ ਬਾਅਦ ਹੈ ਭਾਰਤ ਦੇ ਵਿੱਚ ਸਥਲ ਸੀਮਾ ਦੇ ਵਿੱਚ ਕੁੱਲ 10 ਦੇਸ਼ਾਂ ਦੀਆਂ ਸੀਮਾਵਾਂ ਲੱਗਦੀਆਂ ਨੇ, ਅਤੇ ਤੁਸੀਂ ਇਹ ਦੱਸਣਾ ਵੀ ਭਾਰਤ ਦੀ ਜਿਹੜਾ ਏਰੀਆ ਵਾ, ਜਾਣੀ ਕਿ ਸਿਰਫ ਕਿਹੜਾ ਵਾ ਜ਼ਮੀਨੀ ਏਰੀਆ, ਉਹਦੇ ਵਿੱਚ ਉਹ 10 ਦੇਸ਼ਾਂ ਦੀਆਂ ਸੀਮਾਵਾਂ ਨਾਲ ਲੱਗਦੀ ਹੈ, ਤੁਸੀਂ ਦੱਸਣਾ ਵਾ। ਉਸ ਤੋਂ ਬਾਅਦ ਹੈ ਚੰਡੀਗੜ੍ਹ ਹਰਿਆਣਾ ਪੰਜਾਬ ਦੋਨਾਂ ਰਾਜਾਂ ਦੀ ਰਾਜਧਾਨੀ ਹੈ, ਇਟ ਇਜ਼ ਟਰੂ ਔਰ ਫਾਲਸ। ਉਸ ਤੋਂ ਬਾਅਦ ਤੁਹਾਡਾ ਹੈ ਮੈਚ ਦਾ ਕਾਲਮ, ਇਹ ਤੁਸੀਂ ਸਿੱਧਾ ਹੀ ਆਨਸਰ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਸਿੱਧਾ ਹੀ ਆਨਸਰ ਲਿਖ ਕੇ ਦੇ ਸਕਦੇ ਹੋ। ਛੱਤੀਸਗੜ੍ਹ, ਤੁਸੀਂ ਦੱਸਣਾ ਵਾ ਵੀ ਛੱਤੀਸਗੜ੍ਹ ਕਿਹੜਾ ਵਾ ਇਹਨਾਂ ਵਿੱਚੋਂ। ਜਨਸੰਖਿਆ ਦੀ ਦ੍ਰਿਸ਼ਟੀ 'ਤੇ ਸਭ ਤੋਂ ਵੱਡਾ ਦੇਸ਼ ਕਿਹੜਾ ਵਾ। ਦੈਨ ਫਿਰ ਸਭ ਤੋਂ ਵੱਡਾ ਦ੍ਰਿਸ਼ਟੀ ਦੇ ਵਿੱਚ ਖੇਤਰਫਲ ਜਾਣੀ ਕਿ ਏਰੀਆ ਦੇ ਅਕੋਰਡਿੰਗ ਕਿਹੜਾ ਵਾ। ਉੱਤਰਾਖੰਡ ਦੀ ਕਿਹੜੀ ਕੈਪੀਟਲ ਆ। ਤਾਂ ਇਹਦੇ ਨਾਲ ਤੁਹਾਡੇ ਕਈ MCQ ਵੀ ਸੋਲਵ ਹੋ ਜਾਣਗੇ ਅਤੇ ਕਈ ਜਿਹੜੀਆਂ ਬਲੈਂਕਸ ਨੇ ਉਹ ਵੀ ਸੋਲਵ ਹੋ ਸਕਦੀਆਂ ਨੇ। ਤਾਂ ਤੁਸੀਂ ਇਹਨੂੰ ਬੜੇ ਵਧੀਆ ਢੰਗ ਨਾਲ ਕਰਨਾ ਵਾ ਅਤੇ ਇਹਨਾਂ ਦੇ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ। ਤੁਸੀਂ ਇਹਨੂੰ ਇੰਗਲਿਸ਼ ਦੇ ਵਿੱਚ ਵੀ ਦੇ ਸਕਦੇ ਹੋ। Thanks a lot watching this series of the revision class 8th, 10th and plus 2. So important notes and the questions of for the exam point of views are given in these videos. So you must be watch this video, and thanks a lot to